ਤਾਂ ਅਸੀਂ ਪ੍ਰੋਕੈਰੀਓਟਿਕ ਸੈੱਲ ਪਹਿਲਾਂ ਬਣਾਵਾਂਗੇ। ਪ੍ਰੋਕੈਰੀਓਟਿਕ ਸੈੱਲ देखो इस किवें डायग्राम बनाना है। प्रोकैरियोटिक सैल की एग्जाम्पल साडे कोल की सीगी बैक्टीरिया, इट वाज बैक्टीरिया। तो जे असीं इहदी डायग्राम बनाइए तो की है ये असी अलग अलग तरह ਦੀਆਂ ਇਹਦੀਆਂ ਕਵਰਿੰਗਸ ਦਿਖਾਵਾਂਗੇ। ਤਿੰਨ ਕਵਰਿੰਗਸ ਨਾਲ, ਤਿੰਨ ਲੇਅਰਸ ਨਾਲ ਇਹ ਕਵਰਡ ਹੁੰਦਾ ਹੈ। सब तो बाहर वाली इसमें असीं कहने कैप्सूल, then the middle one it is cell wall, then the inner one it is plasma membrane। plasma membrane जी plasma membrane है ये अंदर वाल फोल्ड हुई भी होंगी है इस तरह to form mesosomes। mesosomes अंदर की पिया हैगा सारा साइटोप्लाज्म पिया हैगा। साइटोप्लाज्म के सेंटर दे विच की प्रेजेंट हैगा डबल स्ट्रैंडेड DNA मॉलिक्यूल जिहड़ा कि न्यूक्लियस के अंदर नहीं हुंदा, वैसे ही पिया हुंदा है। ते एक थोड़ा जिहा DNA मॉलिक्यूल इत्थे पिया जिहनूं असीं प्लाज्मिड कहने हैं। सो ये की है सर्कुलर DNA, सर्कुलर DNA। ये की है प्लाज्मिड, प्लाज्मिड जिहड़ा बाहर वाला कैप्सूल है, ठीक है। यह अनफेवरेबल कंडीशनस दे विच जिहड़ा है जनरली बनता है। इट इज फॉर्म जनरली इन द अनफेवरेबल मीनस इट हैल्प्स इन टाइड ओवर द अनफेवरेबल कंडीशनस। ਜਦੋਂ ਬਾਹਰ ਬਹੁਤ ਜ਼ਿਆਦਾ ਗਰਮੀ ਸਰਦੀ ਹੁੰਦੀ ਹੈ ਉਸ ਤੋਂ ਬਚਣ ਵਾਸਤੇ ਜਿਹੜਾ ਹੈ ਕੈਪਸੂਲ ਇਹ ਯੂਜ਼ ਹੁੰਦਾ ਹੈ। ਇਸ ਤੋਂ ਇਲਾਵਾ ਇਹਨਾਂ ਦੇ ਉੱਤੇ ਬਾਡੀ ਦੇ ਉੱਤੇ ਕੀ ਪ੍ਰੈਜ਼ੈਂਟ ਹੁੰਦੇ ਹੈ ਫਿੰਬਰੀਆ ਪਿਲਾਈ। ਦੀਸ ਆਰ ਪਿਲਾਈ, PILI ਪਿਲਾਈ, ਠੀਕ ਹੈ। ਇਹ ਜਿਹੜਾ ਆ ਨਜ਼ਰ ਆ ਰਿਹਾ ਹੈ ਇਹ ਕੀ ਹੈ ਫਲੈਜੈਲਮ। ਇਟ ਇਜ਼ ਫਲੈਜੈਲਮ। ਫਲੈਜੈਲਮ ਇੱਕ ਵੀ ਹੋ ਸਕਦਾ ਹੈ, ਫਲੈਜੈਲਮ ਦੋ ਵੀ ਹੋ ਸਕਦੇ ਆ, ਇੱਕ ਦੋ ਜਾਂ ਜਿਹੜੇ ਹੈਗੇ ਮਲਟੀ ਫਲੈਜੈਲਾ ਵੀ ਹੋ ਸਕਦੇ ਹੈਗੇ ਆ। ਜੇ ਇੱਕ ਹੋਵੇ ਫਲੈਜੈਲਮ ਯੂਜ਼ ਕਰਦੇ ਹਾਂ, ਨਹੀਂ ਅਸੀਂ ਵਰਡ ਯੂਜ਼ ਕਰਦੇ ਹਾਂ ਫਲੈਜੈਲਾ, ਫਲੈਜੈਲਾ, ਠੀਕ ਹੈ। ਫਲੈਜੈਲਾ ਮਤਲਬ ਜ਼ਿਆਦਾ ਫਲੈਜੈਲਾ, ਬਟ ਇੱਥੇ ਸਿੰਗਲ ਦਿਖਾਇਆ ਸੋ ਅਸੀਂ ਫਲੈਜੈਲਮ ਜਿਹੜਾ ਹੈਗਾ ਉਹ ਯੂਜ਼ ਕਰ ਰਹੇ ਹਾਂ। ਉਸ ਤੋਂ ਬਾਅਦ ਇਹ ਸੀਗੀ ਸਾਡੇ ਕੋਲੇ ਪ੍ਰੋਕੈਰੀਓਟਿਕ ਸੈੱਲ ਦੀ ਇੱਕ ਜਨਰਲ ਸਟਰਕਚਰ। ਬਿਲਕੁਲ ਜਨਰਲ ਮੈਂ ਡਿਟੇਲ ਨਹੀਂ ਦੇ ਰਹੀ, ਅਦਰਵਾਈਜ਼ ਆਪਾਂ ਅੱਗੇ ਦੀਆਂ ਕਰਾਂਗੇ ਕਿ ਪਲਾਜ਼ਮਾ ਮੈਂਬਰੇਨ ਦੀ ਕੀ ਸਟਰਕਚਰ ਹੁੰਦੀ ਹੈ, ਸੈੱਲ ਵਾਲ ਦੀ ਕੀ ਹੁੰਦੀ ਹੈ, ਕੈਪਸੂਲ ਜਿਹੜਾ ਹੈਗਾ ਉਹ ਕਾਹਦਾ ਬਣਿਆ ਹੁੰਦਾ ਹੈ। ਇਹ ਚੀਜ਼ਾਂ ਅਸੀਂ ਇੱਥੇ ਫਿਲਹਾਲ ਨਹੀਂ ਕਰ ਰਹੇ। ਮੈਂ ਤੁਹਾਨੂੰ ਸਿੰਪਲੀ ਇਹ ਦੱਸ ਰਹੀ ਹਾਂ ਕਿ ਪ੍ਰੋਕੈਰੀਓਟਿਕ ਸੈੱਲ ਕੀ ਹੁੰਦਾ। ਇੱਕ ਅਜਿਹਾ ਸੈੱਲ ਜਿਹਦੇ ਵਿੱਚ ਕੋਈ ਵੀ ਵੈਲ ਡਿਫਾਈਨਡ ਨਿਊਕਲੀਅਸ ਨਹੀਂ ਹੁੰਦਾ, ਜਿਹੜਾ DNA ਦਾ ਮਟੀਰੀਅਲ ਹੈ ਉਹ ਸਿੱਧਾ ਹੀ ਸਾਈਟੋਪਲਾਜ਼ਮ ਦੇ ਵਿੱਚ ਪਿਆ ਹੁੰਦਾ ਹੈਗਾ। ਦੈਟ ਇਜ਼ ਕਾਲਡ ਪ੍ਰੋਕੈਰੀਓਟਿਕ ਸੈੱਲ। ਫਿਰ ਅਸੀਂ ਗੱਲ ਕਰਦੇ ਹਾਂ ਯੂਕੈਰੀਓਟਿਕ ਸੈੱਲ ਦੀ। ਯੂਕੈਰੀਓਟਿਕ ਸੈੱਲ ਦੇ ਵੀ ਸਾਡੇ ਕੋਲ ਕੀ ਹੈ ਪਹਿਲਾਂ ਐਨੀਮਲ ਸੈੱਲ। ਪਹਿਲਾਂ ਅਸੀਂ ਕੀ ਬਣਾਵਾਂਗੇ ਐਨੀਮਲ ਸੈੱਲ। ਐਨੀਮਲ ਸੈੱਲ ਦੇ ਵਿੱਚ ਬੇਟੇ ਦੇਖੋ ਸਭ ਤੋਂ ਪਹਿਲਾਂ ਕੀ ਹੈਗੀ ਹੈ ਪਲਾਜ਼ਮਾ ਮੈਂਬਰੇਨ। ਇਹ ਹੈ ਪਲਾਜ਼ਮਾ ਮੈਂਬਰੇਨ ਜਿਹਨੂੰ ਅਸੀਂ ਇੱਕ ਦੋ ਥਾਂ 'ਤੇ ਫੋਲਡਡ ਦਿਖਾਇਆ ਹੋਇਆ ਹੈਗਾ। ਇਹ ਫੋਲਡ ਦਾ ਕੁਝ ਖਾਸ ਫੰਕਸ਼ਨ ਅਸੀਂ ਬਾਅਦ 'ਚ ਗੱਲ ਕਰਾਂਗੇ, ਠੀਕ ਹੈ। ਪਲਾਜ਼ਮਾ ਮੈਂਬਰ ਉਵੇਂ ਜਿਵੇਂ ਇੱਥੇ ਕੀ ਸੀ ਡਬਲ ਲੇਅਰ ਦੀ ਪਲਾਜ਼ਮਾ ਮੈਂਬਰ ਸੀਗੀ, ਇਹ ਵੀ ਕੀ ਹੈਗੀ ਹੈ ਟੂ ਮੈਂਬਰੇਨ ਸਟਰਕਚਰ ਹੈ। डबल बनानी है असी, प्लाज्मा मेम्ब्रेन इज डबल। इस प्लाज्मा मेम्ब्रेन दे
अंदर की है सारा साइटोप्लाज्म, अंदर की है साइटोप्लाज्म। सेंटर ਦੇ ਵਿੱਚ ਕੀ ਪ੍ਰੈਜ਼ੈਂਟ ਹੈ ਨਿਊਕਲੀਅਸ, ਸੈਂਟਰ ਇਜ਼ ਵੀਰਿੰਗ ਦਾ ਨਿਊਕਲੀਅਸ, ਕੇਂਦਰਕ ਜਿਹਨੂੰ ਪੰਜਾਬੀ 'ਚ ਅਸੀਂ ਕੇਂਦਰਕ ਕਹਿੰਦੇ ਹਾਂ। ਤਾਂ ਇਸ ਸੈੱਲ ਦੇ ਅੰਦਰ ਮੈਂ ਸਾਰੇ ਕੀ ਬਣਾ ਰਹੀ ਹਾਂ, ਸੈੱਲ ਆਰਗੇਨੈਲਿਸ ਬਣਾ ਰਹੀ ਹਾਂ, ਜਿਨ੍ਹਾਂ ਨੂੰ ਅਸੀਂ ਨਿਕੜੇ ਅੰਗ ਕਹਿੰਦੇ ਹਾਂ, ਨਿਕੜੇ ਅੰਗ ਜਾਂ ਸੈੱਲ ਆਰਗੇਨੈਲੀ ਜਿਹੜੇ ਹੈ ਬਣਾ ਰਹੀ ਹਾਂ। ਇਹ ਸੈਂਟਰ 'ਚ ਕੀ ਪ੍ਰੈਜ਼ੈਂਟ ਹੈ, ਨਿਊਕਲੀਅਸ ਹੈ। ਨਿਊਕਲੀਅਸ ਦੇ ਵਿੱਚ ਕੀ ਹੁੰਦਾ ਹੈਗਾ, ਨਿਊਕਲੀਓਲਸ, ਇਹ ਨਿਊਕਲੀਓਲਸ ਹੈਗਾ। ਔਰ ਇਹਦੇ ਵਿੱਚ ਕੀ ਪਏ ਹੁੰਦੇ ਹੈ, ਕ੍ਰੋਮੈਟਿਨ ਥ੍ਰੈਡਸ, ਜਿਹਨੂੰ ਅਸੀਂ DNA ਇੱਥੇ ਉੱਪਰ ਦਿਖਾਇਆ ਸੀ ਨਾ, DNA ਮੋਲੀਕਿਊਲ, ਇੱਥੇ ਵੀ DNA ਹੀ ਪਏ ਹੋਏ ਹੈ, ਲੇਕਿਨ ਉਹ ਨਿਊਕਲੀਅਸ ਦੇ ਅੰਦਰ ਪਏ ਹੋਏ ਹੈ। ਜਿਹੜੀ ਸਭ ਤੋਂ ਬਾਹਰ ਇਹ ਨਜ਼ਰ ਆ ਰਹੀ ਹੈ, ਇਹ ਨਿਊਕਲੀਅਰ ਮੈਂਬਰੇਨ ਹੈ। ਇਟ ਇਜ਼ ਨਿਊਕਲੀਅਰ ਮੈਂਬਰੇਨ। ਜਿਹੜਾ ਰੈੱਡ ਕਲਰ ਦਾ ਨਜ਼ਰ ਆ ਰਿਹਾ ਹੈਗਾ, ਦਿਸ ਇਜ਼ ਨਿਊਕਲੀਓਲਸ, ਨਿਊਕਲੀਓਲਸ। ਫਿਰ ਇਹਦੇ ਅੰਦਰ ਸਾਰਾ ਦਾ ਸਾਰਾ ਕੀ ਪਿਆ ਹੋਇਆ, ਨਿਊਕਲੀਓਪਲਾਜ਼ਮ। ਇਹ ਕੀ ਪ੍ਰੈਜ਼ੈਂਟ ਹੈ, ਨਿਊਕਲੀਓਪਲਾਜ਼ਮ। ਉਸ ਤੋਂ ਬਾਅਦ ਜਿਹੜੇ ਬਲੂ ਕਲਰ ਦੇ ਤੁਹਾਨੂੰ ਨਜ਼ਰ ਆ ਰਹੇ ਹੈ, ਇਹ ਕੀ ਹੈ, क्रोमेटिन थ्रेड्स, क्रोमेटिन थ्रेड्स। और ये जिहड़ा तुहानूं इत्थे नज़र आ रही है जगह खाली नज़र आ रही है मैंबरेन दे विच, इन्हां नूं कहंदे है न्यूक्लियर पोर, न्यूक्लियर पोर। ये सारा चीज़ां मिल के की बन जाता है, न्यूक्लियस, न्यूक्लियस। ये सारिया चीज़ां मिल के की बन गया, न्यूक्लियस बन गया। ठीक है, तो जे हुण असीं इस तो बाद नैक्सट स्ट्रक्चर देखते हैं, न्यूक्लियस के इमीजिएट बाहर की पे होंदे हैगे हैं, सेंट्रीओल्स, दो सेंट्रीओल 90 डिग्री के कोण ते पे होंदे हैं। एक ए है, एक ए है। दो सेंट्रीओल्स, टू सेंट्रीओल्स एट 90 डिग्री सेंटीग्रेड, दे आर प्रेजेंट एट राइट एंगल। ठीक है जी, दीज आर कवर्ड बाय ट्यूब्यूल्स एंड फॉर्म द सेंट्रोसोम। ठीक है, ये दोनों की हैं सेंट्रीओल्स हैं, दीज आर सेंट्रीओल्स। किदा की काम है असीं बाद च गल करांगे, वी विल बी टेलिंग लेटर ऑन दैट व्हाट इज द फंक्शन ऑफ विच ऑर्गेनेली, राइट। सो देन आफ्टर दिस सेंट्रीओल्स, सेंट्रीओल्स के बाहर सेंट्रो स्फीयर हैगा, सारा मिलके सेंट्रोसोम बन जाता है। सेंट्रोसोम के बाहर ये पूरा की हो गया सेंट्रोसोम, इनू असीं की कहांगे, सेंट्रोसोम, सेंट्रोसोम। सेंट्रोसोम तो बाद की प्रेजेंट होंदियां गोल्जी बॉडीज़, जिन्हां दी कन्वैक्स साइड अंदर वाल हुंदी है ते कनकेव साइड बाहर वाल हुंदी है। दीज आर गोल्जी बॉडीज़, गोल्जी बॉडीज़। ठीक है जी, गोल्जी बॉडीज़ तो बाद असीं देखांगे कि एक जिहड़ा है नैटवर्क ऑफ ट्यूब्यूल्स प्रेजेंट होंदे, जिन्होंने असीं एंडोप्लाज्मिक रेटिकुलम कहने हैं। तो आप इत्थे एंडोप्लाज्मिक रेटिकुलम बनावांगे। दिस इज़ एंडोप्लाज्मिक रेटिकुलम। तो इस तरह का एंडोप्लाज्मिक रेटिकुलम सानू कई थावां ते देखण नूं मिलेगा। एक असीं इत्थे बना दिंदे हां थोड़ा जिहा, यू कैन मेक ओवर हेयर, लाइक दिस। ये दो तरह का होंदा है, एक तो जिहड़ा बिल्कुल प्लेन होंदा, जिहदे उत्ते कुछ नहीं लग्या होंदा, ओह जिन्हों असीं समूथ एंडोप्लाज्मिक रेटिकुलम कहने हैं। इहनूं असीं बनावांगे समूथ एंडोप्लाज्मिक रेटिकुलम। ये की है, स्मूथ एंडोप्लाज्मिक रेटिकुलम। रेटिकुलम का मतलब की होंदा जाल, एंडो मैंने इनसाइड, प्लाज्मिक मैंने प्लाज्मा, जिहड़ा प्लाज्मा के अंदर साइटोप्लाज्म के अंदर एक जाल बना रहे उन्होंने असीं एंडोप्लाज्मिक रेटिकुलम क्या, क्योंकि इहदे उत्ते कुछ नहीं लग्या होया, प्लेन इहनूं असीं समूथ क्या। लेकिन जिहड़ा दूसरा है उहदे उत्ते की प्रेजेंट है बेटे, छोटे छोटे बीड्स वर्गियां
ਰਾਈਬੋਸੋਮਸ ਪ੍ਰੈਜ਼ੈਂਟ ਹੈ। ਛੋਟੀਆਂ ਛੋਟੀਆਂ ਦਾਣਿਆਂ ਵਰਗੀਆਂ ਬਣਤਰਾਂ ਲੱਗੀਆਂ ਹੁੰਦੀਆਂ, ਸਟਰਕਚਰਸ ਲੱਗੀਆਂ ਹੁੰਦੀਆਂ। These structures are known as ribosomes and such a endoplasmic reticulum that is bearing the ribosomes is called rough endoplasmic reticulum. This is called rough endoplasmic reticulum. Then there are present at different places mitochondria. These are ਕਿੰਨੇ ਵੀ ਬਣਾ ਸਕਦੇ ਹਾਂ, ਇਹਦੀ ਕੋਈ ਲਿਮਿਟ ਗਿਣਤੀ ਦੀ 2 4 5 ਜਿੰਨੀ ਤੁਹਾਨੂੰ ਜਗ੍ਹਾ ਮਿਲੇ ਮਾਈਟੋਕੌਂਡਰੀਆ, ਕਿਉਂਕਿ ਇਹਨਾਂ ਦੀ ਗਿਣਤੀ ਕਾਫੀ ਜ਼ਿਆਦਾ ਹੁੰਦੀ ਹੈ। ਦੈਨ ਦੇਰ ਆਰ ਪ੍ਰੈਜ਼ੈਂਟ the bag-like structures which have enzymes. This is known as lysosome. Lysosome की present है lysosome, एक बैग वर्गा थैले वर्गी स्ट्रक्चर है ਜਿਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਰਸ ਹੁੰਦੇ ਆ, ਐਂਜ਼ਾਈਮ ਹੁੰਦੇ ਆ। This is called lysosome, ਠੀਕ ਹੈ। ਉਸ ਤੋਂ ਬਾਅਦ ਇਹਨਾਂ ਵਿੱਚ ਕੀ ਪ੍ਰੈਜ਼ੈਂਟ ਹੈਗੇ ਆ? free ribosomes. These are free, ਇਹ ਤਾਂ ਅਟੈਚਡ ਰਾਈਬੋਸੋਮ ਸੀਗੇ ਜਿਹੜੇ ਐਂਡੋਪਲਾਜ਼ਮਿਕ ਰੈਟੀਕੂਲਮ 'ਤੇ ਲੱਗੇ ਸੀ। ਇਹ ਕੀ ਹੈਗੇ ਹੈ? ਫ੍ਰੀ ਰਾਈਬੋਸੋਮਸ। ਦੀਜ਼ ਆਰ ਫ੍ਰੀ ਰਾਈਬੋਸੋਮਸ। ਦੈਨ ਉਸ ਤੋਂ ਬਾਅਦ ਇਹ ਸਾਰੇ ਵਿੱਚ ਆਪਾਂ ਸਾਈਟੋਪਲਾਜ਼ਮ ਸ਼ੋ ਕਰਨਾ ਹੈ। ਦਿਸ ਇਜ਼ ਹੋਲ ਸਾਈਟੋਪਲਾਜ਼ਮ। ਹੋਰ ਇਸ ਤੋਂ ਇਲਾਵਾ ਇਹ 'ਚ ਕੀ ਪ੍ਰੈਜ਼ੈਂਟ ਹੁੰਦੀਆਂ? vacuoles. These are vacuoles called cell vacuole. ਇਹਨੂੰ ਕੀ ਕਹਾਂਗੇ? cell vacuole. This is called cell vacuole, ਠੀਕ ਹੈ। ਜਿਹੜੀ ਸਭ ਤੋਂ ਬਾਹਰਲੀ ਆਪਣੀ ਇਹ ਕੀ ਸੀਗੀ? ਪਲਾਜ਼ਮਾ ਮੈਮਬ੍ਰੇਨ। ਇਹ ਕੀ ਸੀਗੀ ਬੇਟਾ? ਪਲਾਜ਼ਮਾ membrane. This is called plasma membrane. So this is the structure of animal cell. ਇਹਦੇ ਵਿੱਚ ਕੁਛ ਇੱਕ ਦੋ ਚੀਜ਼ਾਂ ਮੈਂ ਆ ਵੀ ਦਿਖਾਈਆਂ ਹੋਈਆਂ ਹੈਗੀਆਂ, ਇਹ ਵਾਲੀਆਂ ਆਪਾਂ ਦੱਸ ਦਿੰਦੇ, ਇੱਥੇ ਲਿਖ ਲਓ ਇੱਕ ਵਾਰੀ, ਫਿਰ ਤੁਹਾਨੂੰ ਬਾਅਦ ਸਮਝਾ ਦਾਂਗੇ। These are microvilli. Microvilli. These are microvilli. These are vesicles. ਵੈਜ਼ੀਕਲਸ ਕਿਹੜੀਆਂ? ਕੁਛ ਪਿਨੋਸਿਟਿਕ ਹੈ, ਕੁਛ ਫੈਗੋਸਿਟਿਕ ਹੈ। ਤਾਂ ਉਹ ਲੇਬਲਿੰਗ ਸਾਨੂੰ ਜਿਹੜੀ ਹੈਗੀਆਂ ਲੇਟਰ ਔਨ ਕਲੀਅਰ ਕਰ ਦਾਂਗੇ ਤਾਂ ਕਿ ਤੁਹਾਨੂੰ ਹੁਣੇ ਡਿਫੀਕਲਟ ਨਾ ਲੱਗੇ ਬੇਟੇ। ਤਾਂ ਮੇਨ ਇੱਥੇ ਆਪਾਂ ਕੀ ਦੱਸਣਾ ਸੀਗਾ ਕਿ ਇੱਕ ਐਨੀਮਲ ਸੈੱਲ ਹੈ ਜਿਹਦੇ ਵਿੱਚ ਵੈਲ ਡਿਫਾਈਨਡ ਨਿਊਕਲੀਅਸ ਹੁੰਦਾ ਹੈ ਔਰ ਨਿਊਕਲੀਅਸ ਵਿੱਚ ਇਹ ਸਾਰੀਆਂ ਬਣਤਰਾਂ ਪਾਈਆਂ ਜਾਂਦੀਆਂ। ਇਹਦੇ ਅੰਦਰ ਸੈੱਲ ਦੇ ਅੰਦਰ ਜਿੰਨੇ ਵੀ ਛੋਟੇ ਛੋਟੇ ਤੁਹਾਨੂੰ ਬਣਤਰਾਂ ਨਜ਼ਰ ਆਉਂਦੀਆਂ, ਦੀਸ ਆਰ ਕਾਲਡ ਆਰਗੇਨੈਲਿਸ। ਇਹਨਾਂ ਨੂੰ ਪੰਜਾਬੀ 'ਚ ਅਸੀਂ ਨਿਕੜੇ ਅੰਗ ਕਹਿੰਦੇ ਹਾਂ, ਅਦਰਵਾਈਜ਼ ਇਹਨਾਂ ਨੂੰ ਸੈੱਲ ਆਰਗੇਨੈਲਿਸ ਕਿਹਾ ਜਾਂਦਾ। ਸੋ ਦੀਜ਼ ਆਰ ਆਲ ਸੈੱਲ ਆਰਗੇਨੈਲਿਸ। ਤਾਂ ਨਿਊਕਲੀਅਸ ਹੈ, ਨਿਊਕਲੀਅਰ ਮੈਮਬ੍ਰੇਨ ਦੁਆਰਾ ਕਵਰ ਹੋਇਆ ਹੋਇਆ, ਅੰਦਰ ਨਿਊਕਲੀਓਪਲਾਜ਼ਮ ਹੈ, ਹੋਰ ਕੀ ਪਿਆ? ਨਿਊਕਲੀਓਲਸ ਪਿਆ ਹੋਇਆ, ਕ੍ਰੋਮੈਟਿਨ ਥ੍ਰੈਡਸ ਪਏ ਹੈ। ਜਿਹੜੇ ਨਿਊਕਲੀਅਰ ਮੈਮਬ੍ਰੇਨ ਹੈ ਉਹ 'ਚ ਨਿਊਕਲੀਅਰ ਪੋਰਸ ਹੈਗੇ ਆ। ਉਸ ਤੋਂ ਬਾਅਦ ਬਾਹਰ ਕੀ ਪਿਆ ਹੈ? 2 ਸੈਂਟਰੀਓਲਸ ਪਈਆਂ ਜਿਹੜੇ ਕਿ ਸੈਂਟਰੋਸਫੀਅਰ ਨਾਲ ਕਵਰ ਹੋਏ ਹੋਏ ਹੈ। ਉਸ ਦੇ ਬਾਹਰ ਗੋਲਜੀ ਬਾਡੀਜ਼ ਪਈਆਂ ਹੋਈਆਂ। ਦੈਨ ਦੇਅਰ ਇਜ਼ ਪ੍ਰੈਜ਼ੈਂਟ ਦਾ ਐਂਡੋਪਲਾਜ਼ਮਿਕ ਰੈਟੀਕੂਲਮ ਜਿਹੜਾ 2 ਤਰ੍ਹਾਂ ਦਾ ਹੁੰਦਾ ਹੈ, ਸਮੂਥ ਤੇ ਰਫ। ਉਸ ਤੋਂ ਬਾਅਦ ਮਾਈਟੋਕੌਂਡਰੀਆ ਪਏ ਹੋਏ ਹੈਗੇ ਹੈ। ਦੀਜ਼ ਆਰ ਦਾ ਮਾਈਟੋਕੌਂਡਰੀਆ। ਦੈਨ ਲਾਈਸੋਸੋਮ ਇਜ਼ ਪ੍ਰੈਜ਼ੈਂਟ, ਫ੍ਰੀ ਰਾਈਬੋਸੋਮਸ ਆਰ ਪ੍ਰੈਜ਼ੈਂਟ, ਸੈੱਲ ਵੈਕਿਊਲ ਇਜ਼ ਪ੍ਰੈਜ਼ੈਂਟ ਐਂਡ ਦਾ ਆਊਟਰ ਕਵਰਿੰਗ ਇਜ਼ ਨੋਨ ਐਜ਼ ਪਲਾਜ਼ਮਾ ਮੈਮਬ੍ਰੇਨ। ਇਸ ਤੋਂ ਇਲਾਵਾ ਸੈੱਲ ਜਿਹੜੇ ਕਈ ਤਰ੍ਹਾਂ ਦੀਆਂ ਫੋਲਡਿੰਗਸ ਬਣਾਉਂਦਾ ਹੈ ਜਿਹਨਾਂ ਨੂੰ ਅਸੀਂ ਮਾਈਕਰੋਵਿਲਾਈ ਕਹਿੰਦੇ ਹੈਗੇ ਆ, ਔਰ ਨਾਲ ਦੀ ਨਾਲ ਵੈਜ਼ੀਕਲਸ ਵੀ ਪ੍ਰੈਜ਼ੈਂਟ ਹੁੰਦੀਆਂ। ਸੋ ਦਿਸ ਵਾਸ ਆਲ ਅਬਾਊਟ ਐਨੀਮਲ ਸੈੱਲ।